दर्शकों ब्रेक तो बाद तुहाडा स्वागत है जी डॉक्टर साहब। हुण आपां अगले इशू बारे तुहाडे कोल विचार जानने चाहांगे जी डॉक्टर साहब की कहना तुहाडा। देखो 2019 ਦੀਆਂ ਚੋਣਾਂ ਦਾ ਬਿਗਲ ਪ੍ਰਾਈਮ ਮਿਨਿਸਟਰ ਮੋਦੀ ਨੇ ਆਪਣੀ 1.5 ਘੰਟੇ ਦੀ ਸਪੀਚ ਜਿਹੜੀ ਉਹਨੇ ਪਾਰਲੀਮੈਂਟ 'ਚ ਦਿੱਤੀ ਜੀ ਜਿਹੜੀ ਬਿਲਕੁਲ ਨਫ਼ਰਤ ਨਾਲ ਭਰੀ ਹੋਈ ਸੀ ਔਰ ਜਿਹਦੇ 'ਚ ਉਹਨੇ ਆਪਣਾ ਜਿਹੜਾ ਉਹ ਪੂਰਾ ਐਂਗਰ ਕਿਉਂਕਿ ਫਰਸਟ੍ਰੇਸ਼ਨ ਹੈ ਹਰ ਫਰੰਟ ਤੇ ਫੇਲ ਹੋਏ ਨੇ ਔਰ ਹੁਣ ਇਹ ਸਿਰਫ ਤੇ ਸਿਰਫ ਹਿੰਦੂਤਵਾਦ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਲੇ ਏਜੰਡੇ ਦੇ ਉੱਤੇ ਹੀ ਕੰਮ ਕਰ ਰਹੇ ਨੇ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਜੀ। ਔਰ ਉਸ ਦੇ ਲਈ ਜਿਵੇਂ ਪਹਿਲਾਂ ਇਹਨਾਂ ਨੇ 2002 ਦੇ ਵਿੱਚ ਗੁਜਰਾਤ ਨੂੰ ਟੈਸਟ ਲੈਬ ਬਣਾਇਆ ਸੀ ਮੁਸਲਮਾਨਾਂ ਦਾ ਹਜ਼ਾਰਾਂ ਮੁਸਲਮਾਨਾਂ ਦਾ ਮਰਡਰ ਕਰਕੇ ਉਹਦੇ ਚੋਂ ਮੋਦੀ ਦੀ ਪ੍ਰਾਈਮ ਮਿਨਿਸਟਰਸ਼ਿਪ ਵੀ ਨਿਕਲੀ ਔਰ ਬੀਜੇਪੀ ਦੀ ਐਬਸੋਲੂਟ ਮੈਜੋਰਿਟੀ ਵੀ ਪਾਰਲੀਮੈਂਟ 'ਚ ਨਿਕਲੀ ਜੀ। ਹੁਣ ਇਉਂ ਲੱਗਦਾ ਵੀ 2019 ਦੀਆਂ ਚੋਣਾਂ ਲਈ ਜਿਹੜੀ ਉਹ ਟੈਸਟ ਲੈਬ ਹੈ ਉਹ ਯੂਪੀ ਹੈ ਔਰ ਯੋਗੀ ਆਦਿੱਤਿਆਨਾਥ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ 4-5 ਵਾਰ MP ਬਣਿਆ ਯੁਵਾ ਵਾਹਿਨੀ ਦੇ ਥੱਲੇ ਜਿਹਦੇ ਤੇ ਕਤਲ ਦੇ ਕੇਸ ਔਰ ਦੂਜੇ ਔਰ ਹੁਣ ਯੂਪੀ ਅਸੈਂਬਲੀ ਨੇ ਹਜ਼ਾਰਾਂ ਜਿਹੜੇ ਕਾਤਲਾਂ ਨੂੰ ਸਾਰੇ ਕੇਸ ਵਾਪਸ ਲੈ ਲਏ ਨੇ ਜੀ ਉਹ ਖਤਮ ਕਰ ਦਿੱਤਾ ਸਾਰਾ ਪਾਰਟ ਔਰ ਜਿਵੇਂ ਯੂਪੀ ਦੀ ਪੁਲਿਸ ਐਕਟ ਕਰ ਰਹੀ ਹੈ ਜਿਵੇਂ ਉਹਨਾਂ ਨੇ ਮਜਨੂ ਜਿਹੜਾ ਕਹਿ ਕੇ ਜਿਹੜੇ ਲਵ ਸਕੁਆਡ ਦੇ ਨਾਂ ਥੱਲੇ ਗੁੰਡਾਗਰਦੀ ਵਾਲੇ ਐਲੀਮੈਂਟ ਖੜੇ ਕੀਤੇ ਜਿਵੇਂ ਲਵ ਜਿਹਾਦ ਦੇ ਖਿਲਾਫ ਲਾਈਨ ਲਈ ਮੁਸਲਮਾਨਾਂ ਦੇ ਮਾਮਲੇ 'ਚ ਔਰ ਪੁਲਿਸ ਕਿਸ ਹੱਦ ਤੱਕ ਜਾ ਕੇ ਬਿਲਕੁਲ ਮਨਮਾਨੀਆਂ ਕਰ ਰਹੀ ਹੈ ਉਹ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਇੱਕ ਉਹਨੂੰ ਪੁੱਲ ਕੀਤਾ ਕਿ ਕਿਵੇਂ ਇੱਕ ਜਿਮ ਟ੍ਰੇਨਰ ਨੂੰ ਜਿਹੜਾ ਗੋਲੀ ਦੇ ਨਾਲ ਉਡਾ ਦਿੱਤਾ ਇੱਕ ਪੁਲਿਸ ਅਫਸਰ ਨੇ ਔਰ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜੇ ਅਸੀਂ ਬੀਜੇਪੀ ਦਾ ਰਾਈਜ਼ ਦੇਖੀਏ ਤੇ ਉਹਦੇ 'ਚ ਅਡਵਾਨੀ ਦੀ ਰੱਥ ਯਾਤਰਾ ਜਿਹੜੀ ਹੈ ਰੱਥ ਯਾਤਰਾ ਕੀ ਸੀ ਨਫ਼ਰਤ ਯਾਤਰਾ ਸੀ ਜੀ ਮੰਦਰ ਬਣਾਉਣ ਦੇ ਨਾਂ ਥੱਲੇ ਪਰ ਜਿੱਥੋਂ ਜਿੱਥੋਂ ਗੁਜ਼ਰੀ ਉੱਥੇ ਉੱਥੇ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਈਸਾਈਆਂ ਦੇ ਖਿਲਾਫ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਫੈਲਾਈ ਹਾਲਾਂ ਉਸ ਤੋਂ ਪਹਿਲਾਂ ਮੁਰਲੀ ਮਨੋਹਰ ਜੋਸ਼ੀ ਜਿਹੜਾ ਰੱਥ ਲੈ ਕੇ ਉਸ ਦੇ ਉੱਤੇ ਸੀ ਉਹ ਜਦੋਂ ਪੰਜਾਬ 'ਚੋਂ ਵੀ ਗੁਜ਼ਰਨ ਲੱਗਾ ਉਹਨਾਂ ਜ਼ਮਾਨਿਆਂ 'ਚ ਜੁਝਾਰੂ ਲਹਿਰ ਸੀ ਔਰ ਫਗਵਾੜੇ ਦੇ ਨੇੜੇ ਉਸ ਨੂੰ ਜਿਹੜਾ ਉਸ ਦੇ ਉੱਤੇ ਅਟੈਕ ਹੋਇਆ ਸੀ ਉਸ ਰੱਥ ਦੇ ਉੱਤੇ ਜੀ ਔਰ ਪੰਜਾਬ 'ਚ ਇਹ ਚੈਲੰਜ ਕੀਤਾ ਸੀ ਪੰਜਾਬ ਦੀ ਧਰਤੀ ਦੇ ਜਾਇਆਂ ਨੇ ਕਿ ਇੱਥੋਂ ਤੁਹਾਡਾ ਇਹ ਹਿੰਦੂਤਵਾ ਦਾ ਰੱਥ ਨਹੀਂ ਨਿਕਲ ਸਕਦਾ ਔਰ ਇਸੇ ਤਰ੍ਹਾਂ ਜਦੋਂ ਸ੍ਰੀਨਗਰ 'ਚ ਪਹੁੰਚੇ ਸੀ ਤਾਂ ਉੱਥੇ ਉਹ ਸਣੇ ਝੰਡਾ ਸਣੇ ਡੰਡੇ ਦੇ ਸਿਰ ਤੇ ਉਹਦੇ ਡਿੱਗ ਪਿਆ ਸੀ ਇੰਨਾ ਖੌਫ ਇਹਨਾਂ ਦੇ ਵਿੱਚ ਸੀ ਪਰ ਹੁਣ ਇਹਨਾਂ ਦੀ ਹਕੂਮਤ ਹੈ ਔਰ ਇਹਨਾਂ ਦਾ ਬੇਸ ਜਿਹੜਾ ਯੂਪੀ ਬਿਹਾਰ ਰਿਹਾ ਕਿਸੇ ਜ਼ਮਾਨੇ 'ਚ ਫਿਰ ਯੂਪੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਲੈ ਲਈ ਮਾਇਆਵਤੀ ਆ ਗਈ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਆ ਗਈ ਜੀ ਔਰ ਬਿਹਾਰ ਦੇ ਵਿੱਚ ਲਾਲੂ ਯਾਦਵ ਆ ਗਏ ਪਰ ਇਹ ਵਾਪਸ ਇਹਨਾਂ ਨੇ ਕਾਫੀ ਹੱਦ ਤੱਕ ਇਹ ਜਿਹੜਾ ਜਿਹਨੂੰ ਕਾਊ ਬੈਲਟ ਕਹਿੰਦੇ ਨੇ ਯੂਪੀ ਬਿਹਾਰ ਇਹ ਵਾਪਸ ਲੈ ਲਿਆ ਯੂਪੀ ਤਾਂ ਪਿਛਲੀ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਸੀਟਾਂ ਆਲਮੋਸਟ 3/4 ਹੀ ਇਹਨਾਂ ਨੂੰ ਮਿਲੀਆਂ ਔਰ ਫਿਰ ਆਦਿੱਤਿਆਨਾਥ ਯੋਗੀ ਵਰਗੇ ਨੂੰ ਚੀਫ ਮਿਨਿਸਟਰ ਬਣਾ ਕੇ ਉਹਨਾਂ ਨੇ ਕਿਉਂਕਿ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਯੂਪੀ ਦੇ ਵਿੱਚ ਹੈ ਔਰ ਉੱਥੇ ਉਹਨਾਂ ਨੇ ਹੁਣ ਜਿਹੜਾ ਪਾਰਟ ਸ਼ੁਰੂ ਕੀਤਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਦੱਖਣ ਦੀਆਂ ਸਟੇਟਾਂ ਨੇ ਉਹਨਾਂ 'ਚ ਕਰਨਾਟਕਾ ਇਹਨਾਂ ਨੇ ਕਾਬੂ ਕਰ ਲਿਆ ਇੱਕ ਵਾਰ ਹੁਣ ਕਰਨਾਟਕਾ 'ਚ ਕਾਂਗਰਸ ਦੀ ਸਰਕਾਰ ਹੈ ਉੱਥੇ ਵੀ ਚੋਣਾਂ ਹੋਣੀਆਂ ਅਗਲੇ ਸਾਲ ਔਰ ਤਮਿਲਨਾਡੂ ਕੇਰਲਾ ਆਂਧਰਾ ਪ੍ਰਦੇਸ਼ 'ਚ ਤੇਲਗੂ ਦੇਸ਼ਮ ਪਾਰਟੀ ਦੇ ਨਾਲ ਅਲਾਇੰਸ ਹੈ ਸੋ ਇਹਨਾਂ ਦੇ ਲਈ ਜਿਹੜਾ ਇਸ ਵੇਲੇ ਤਮਿਲਨਾਡੂ ਔਰ ਕੇਰਲਾ ਬੜਾ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਦੋਨਾਂ ਹੀ ਥਾਵਾਂ ਤੇ ਕੇਰਲਾ 'ਚ ਮੁਸਲਮਾਨਾਂ ਦੀ ਆਬਾਦੀ ਵੀ ਹੈ ਔਰ ਇਹ ਕੈਪਚਰ ਕਰਨਾ ਚਾਹੁੰਦੇ ਨੇ ਔਰ ਆਲਰੇਡੀ ਨਾਰਥ ਈਸਟ ਇਹਨਾਂ ਨੇ ਕੈਪਚਰ ਕਰ ਲਿਆ ਆਸਾਮ ਲੈ ਲਿਆ ਹੁਣ ਨਾਗਾਲੈਂਡ ਔਰ ਤ੍ਰਿਪੁਰਾ ਦੇ ਵਿੱਚ ਵੀ ਜਿਵੇਂ ਅਮਿਤ ਸ਼ਾਹ ਵਰਗੇ ਕਿ ਜੀ ਅਗਰ ਇੱਕ ਗੋਲੀ ਹਮ पे ਪਾਕਿਸਤਾਨ ਬਰਸਾਏਗਾ हम सैकड़े बरसाएंगे इस किस्म की सो इन्होंने जी पाकिस्तान के नाल भी तकरार की लाइन रोज़ाना बॉर्डर के उत्ते लाइन ऑफ कंट्रोल के उत्ते फायरिंग कर रहे हैं पाकिस्तानी साइड ते वो फिर जवाबी कार्रवाई करते हैं फिर वो खबर होंदियां ने जी 2 सिविलियन मर गए 2 औरतां मर गई बंदे मर गए क्योंकि पिछले 4 साल तो इन्होंने कदे चाहया ही नहीं है कि पाकिस्तान के नाल डिप्लोमैटिक लैवल के उत्ते कोई गलबात शुरू क्योंकि चाहते नहीं ਇਹਦੇ ਚੋਂ ਹੀ ਇਹਨਾਂ ਦੀ ਪੋਲਿਟਿਕਸ ਨਿਕਲਦੀ ਅਦਰਵਾਈਜ਼ 2010 ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਸੀਜ਼ ਫਾਇਰ ਹੋ ਗਿਆ ਸੀ ਲਾਈਨ ਆਫ ਕੰਟਰੋਲ ਤੇ ਕੋਈ ਫਾਇਰਿੰਗ ਨਹੀਂ ਸੀ ਲੇਕਿਨ ਪਿਛਲੇ 3-4 ਸਾਲ ਚ ਸੈਂਕੜਿਆਂ ਦੀ ਗਿਣਤੀ ਚ ਬੰਦੇ
ਜਿਨ੍ਹਾਂ 'ਚ ਸਿਵਲੀਅਨ ਵੀ ਨੇ ਔਰ ਫੌਜੀ ਵੀ ਨੇ, ਦੋਨੋਂ ਪਾਸਿਆਂ ਤੋਂ ਮਰੇ ਨੇ। ਕਿਉਂਕਿ ਇਹਨਾਂ ਦੀ ਨੀਤੀ ਇਹ ਹੈ, ਇਹਨਾਂ ਨੂੰ ਇਹ ਸੂਟ ਕਰਦਾ ਹੈ ਔਰ ਇਹ ਅਗਲੀਆਂ ਚੋਣਾਂ ਤੱਕ ਇਸ ਸਾਰੇ ਨੂੰ ਇੱਕ ਪਾਸੇ ਪਾਕਿਸਤਾਨ ਦੇ ਖਿਲਾਫ ਜਿਹੜੀ ਹੈ ਨਫ਼ਰਤ ਜੀ ਔਰ ਇਹਨਾਂ ਦਾ ਯੂਪੀ ਦਾ ਉਹ ਕਟਿਆਰ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਵੀ ਰਿਹਾ, ਬਜਰੰਗ ਦਲ ਦਾ ਬਾਨੀ, ਸਿਟਿੰਗ ਐਮਪੀ ਹੈ, ਉਹ ਕਹਿ ਰਿਹਾ ਭਾਰਤ ਦੇ ਮੁਸਲਮਾਨਾਂ ਨੂੰ ਵੀ ਜਾਓ, ਤੁਸੀਂ ਬੰਗਲਾਦੇਸ਼ ਪਾਕਿਸਤਾਨ ਜਾਓ, ਤੁਹਾਡੀ ਇੱਥੇ ਕੋਈ ਥਾਂ ਨਹੀਂ ਹੈ, ਜੀ ਤੁਸੀਂ ਆਲਰੇਡੀ ਆਪਣਾ ਦੇਸ਼ ਲੈ ਲਿਆ, ਯੂ ਡੋਂਟ ਬਿਲੋਂਗ ਹੀਅਰ। ਜੀ ਹੁਣ ਇਹ ਸਾਰਾ ਵੀ ਯੂਪੀ ਦੇ ਨਾਲ ਕ੍ਰੀਏਟਡ ਪਾਰਟ। ਔਰ ਜਿਹੜੀ ਖਬਰ ਅੱਜ ਹੈ ਕਿ ਵੀ ਹੁਣ ਆਰਐਸਐਸ ਵੱਲੋਂ ਇੱਕ ਰੱਥ ਯਾਤਰਾ ਅਯੁੱਧਿਆ ਤੋਂ ਵਿਸ਼ਵ ਹਿੰਦੂ ਪਰਿਸ਼ਦ ਦੇ ਹੈੱਡਕੁਆਰਟਰ ਤੋਂ ਸ਼ੁਰੂ ਹੋਏਗੀ ਰਾਮੇਸ਼ਵਰਮ ਤੱਕ। ਰਾਮੇਸ਼ਵਰਮ ਤਮਿਲਨਾਡੂ ਦੇ ਵਿੱਚ ਹੈ ਔਰ ਇਹਦੇ ਵਿੱਚ ਜਿਹੜੀਆਂ ਨੇ ਉਹਨੂੰ ਆਦਿੱਤਿਆਨਾਥ ਯੋਗੀ ਜਿਹੜਾ ਉਹ ਤੋਰੇਗਾ ਯਾਤਰਾ ਨੂੰ। 39 ਦਿਨ ਇਹ ਯਾਤਰਾ ਹੋਏਗੀ, 6 ਸਟੇਟਾਂ ਇਹਦੇ ਚੋਂ ਗੁਜ਼ਰੇਗੀ, ਜਿਸ ਦੇ ਵਿੱਚ ਯੂਪੀ ਹੈ, ਮੱਧ ਪ੍ਰਦੇਸ਼ ਹੈ, ਮਹਾਰਾਸ਼ਟਰ ਹੈ, ਕਰਨਾਟਕ ਹੈ, ਕੇਰਲ ਹੈ ਔਰ ਤਮਿਲਨਾਡੂ ਹੈ। ਕਿਉਂਕਿ ਰਾਮੇਸ਼ਵਰ ਤਮਿਲਨਾਡੂ 'ਚ ਹੈ ਔਰ ਉੱਥੋਂ ਫਿਰ ਸ੍ਰੀਲੰਕਾ। ਮਤਲਬ ਇਹ ਦੱਸਣਾ ਚਾਹੁੰਦੇ ਨੇ ਕਿ ਰਾਮਚੰਦਰ ਦੀ ਫੌਜ ਜਿਵੇਂ ਰਾਮੇਸ਼ਵਰਮ ਤੋਂ ਫਿਰ ਉੱਥੇ ਜਿਹੜਾ ਹੈ ਉਹ ਸ੍ਰੀਲੰਕਾ ਤੱਕ, ਉੱਥੇ ਜਾ ਨਹੀਂ ਸਕਦੇ ਸ੍ਰੀਲੰਕਾ, ਉਹ ਤਾਂ ਹੁਣ ਇਹਨਾਂ ਦੇ ਆਰਬਿਟ 'ਚ ਨਹੀਂ ਹੈ। ਸੋ ਇਸ ਸਾਰੇ ਦਾ ਜਿਹੜਾ ਮਕਸਦ ਹੈ ਅਲਟੀਮੇਟਲੀ ਕੀ ਹੋਏਗਾ, ਔਰ ਇਹ ਖਬਰ ਹੈ ਕਿ RSS prepares to launch Rath Yatra from Ayodhya to Rameshwaram on February 13th, 13 ਫਰਵਰੀ ਨੂੰ ਸ਼ੁਰੂ ਕਰ ਰਹੇ ਨੇ। ਔਰ the Union Home Ministry has written to police chiefs of states through which the yatra will pass, asking them to facilitate its progress। ਹੁਣ ਇਹ ਸਾਰਾ ਏਜੰਡਾ ਨਾਗਪੁਰ 'ਚ ਬਣਦਾ ਹੈ। ਦਿੱਲੀ ਗਵਰਨਮੈਂਟ ਇਹਨਾਂ ਦੇ ਕੰਟਰੋਲ 'ਚ, ਹੁਣ 17-18 ਸਟੇਟਾਂ ਜਿਨ੍ਹਾਂ ਦੀਆਂ ਹਕੂਮਤਾਂ ਨੇ ਉਹ ਇਹਨਾਂ ਨੂੰ ਫਿਰ ਡਾਇਰੈਕਟ ਕਰਦੇ ਨੇ। ਔਰ ਇਹ ਹੋਮ ਮਿਨਿਸਟਰੀ ਨੇ ਸਾਰੀਆਂ ਸਟੇਟਾਂ ਨੂੰ ਜਿਹੜਾ ਹੈ ਇਹਨਾਂ ਦੇ ਵਿੱਚ ਕੇਰਲਾ ਨੂੰ ਛੱਡ ਕੇ ਤੇ ਤਮਿਲਨਾਡੂ ਨੂੰ ਜਿਹੜਾ ਹੈ ਉਹਨਾਂ ਦੀ ਬੀਜੇਪੀ ਦੀਆਂ ਹੀ ਹਕੂਮਤਾਂ ਨੇ। ਲੇਕਿਨ ਇਸ ਗੱਲ ਨੂੰ ਇਹ ਯਕੀਨੀ ਬਣਾ ਰਹੇ ਨੇ ਕਿ ਇਹ ਸਾਰੇ 'ਚ ਹੋਮ ਮਿਨਿਸਟਰੀ ਕਹਿ ਰਹੀ ਹੈ ਜੀ ਬਿਲਕੁਲ ਇਹਨੂੰ ਫੈਸਿਲੀਟੇਟ ਕਰਨ ਦਾ ਮਤਲਬ ਹੈ ਕਿ ਇਹਨੂੰ ਜ਼ੋਰ ਸ਼ੋਰ ਨਾਲ ਇਹਦਾ ਸਵਾਗਤ ਕਰੋ। ਔਰ ਉਹਨਾਂ ਨੇ ਇੱਕ ਪਾਸੇ ਸੁਪਰੀਮ ਕੋਰਟ ਨੇ, ਜਿਵੇਂ ਅਸੀਂ ਜ਼ਿਕਰ ਕੀਤਾ ਸੀ, ਸ਼ੁਰੂ ਕਰ ਦਿੱਤੀ ਹੈ ਹੀਅਰਿੰਗ ਬਾਬਰੀ ਮਸਜਿਦ। ਔਰ ਉਹਨੇ ਓਪਨਿੰਗ 'ਚ ਹੀ ਕਿਹਾ, ਉਹਨੇ ਦੀਪਕ ਮਿਸ਼ਰੇ ਨੇ ਜਿਹੜਾ ਰੰਗਾਨਾਥ ਮਿਸ਼ਰਾ ਦਾ ਭਤੀਜਾ ਜਿਹਨੇ ਰਾਜੀਵ ਗਾਂਧੀ ਨੂੰ ਬਰੀ ਕੀਤਾ ਹੈ ਨਵੰਬਰ 84 ਦੇ ਉਹ ਸਾਰੇ ਕਤਲੇਆਮ ਲਈ, ਸਿੱਖ ਨਸਲਕੁਸ਼ੀ ਲਈ। ਔਰ ਸੁਪਰੀਮ ਕੋਰਟ ਨੇ ਪੈਂਦੇ ਕਿਹਾ ਜੀ ਇਹ ਝਗੜਾ ਮੰਦਰ ਮਸਜਿਦ ਦਾ ਨਹੀਂ ਹੈ, ਇਹ ਤਾਂ ਜ਼ਮੀਨ ਦੇ ਟਾਈਟਲ ਦਾ, ਜ਼ਮੀਨ ਦੀ ਜਿਹੜੀ ਮਲਕੀਅਤ ਦਾ ਝਗੜਾ ਹੈ। ਉਹ ਭਾਈ ਤੁਸੀਂ 5 ਸਦੀਆਂ ਪੁਰਾਣਾ ਇੱਕ ਇਤਿਹਾਸਿਕ ਸਟਰਕਚਰ ਢਾਇਆ ਗੁੰਡਿਆਂ ਨੇ, ਇਹ ਕਿਵੇਂ ਜਿਹੜਾ ਹੈ ਉਹਦਾ ਝਗੜਾ ਨਹੀਂ ਹੈ। ਮੰਦਰ ਤਾਂ ਹੈ ਹੀ ਨਹੀਂ। ਗੱਲ ਤਾਂ ਇਹ ਹੈ ਕਿ ਇੱਕ ਐਗਜ਼ਿਸਟਿੰਗ ਇੱਕ ਕ੍ਰਾਈਮ ਕਮਿਟ ਕੀਤਾ ਹੈ, ਐਗਜ਼ਿਸਟਿੰਗ ਤੁਸੀਂ ਹਿਸਟੋਰੀਕਲ ਸਾਈਟ ਨੂੰ ਢਾਇਆ, ਔਰ ਦੂਸਰਾ ਤੁਸੀਂ ਜਿਹੜਾ ਉਸ ਦੀ ਉਹ ਕਹਿ ਰਹੇ ਵੀ ਨਹੀਂ ਇਹ ਝਗੜਾ ਮੰਦਰ ਮਸਜਿਦ ਦਾ ਨਹੀਂ ਹੈ, ਇਹ ਜ਼ਮੀਨ ਦੇ ਟਾਈਟਲ ਦਾ ਹੈ। ਸੋ ਜ਼ਾਹਰ ਹੈ ਵੀ ਆਲਰੇਡੀ ਕੀ ਮਾਹੌਲ ਸਿਰਜ ਦਿੱਤਾ ਗਿਆ। ਹੁਣ ਇਹ ਰੱਥ ਯਾਤਰਾ 'ਚ ਉਹੀ ਨਫ਼ਰਤ ਦੱਖਣ ਦੇ ਸੂਬਿਆਂ 'ਚ ਲੈ ਕੇ ਜਾਣਗੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਸਾਰਾ ਸ਼੍ਰੀ ਰਾਮਦਾਸ ਮਿਸ਼ਨ ਯੂਨੀਵਰਸਲ ਸੁਸਾਇਟੀ ਆਫ ਮਹਾਰਾਸ਼ਟਰ ਇਹ ਜਿਹੜੀ 39 ਦਿਨ ਦੀ ਇਸ ਯਾਤਰਾ ਨੂੰ ਕਰ ਰਹੀ ਹੈ ਆਰਗੇਨਾਈਜ਼, ਜਿਹਦੇ 'ਚ ਕਿ 40 ਥਾਵਾਂ ਤੇ ਪਬਲਿਕ ਮੀਟਿੰਗਸ ਹੋਣਗੀਆਂ। ਔਰ ਇਹ ਜਿਹੜੀਆਂ ਨੇ ਇਹ ਸਾਰੇ ਦੇ ਵਿੱਚ ਮੇਨ ਬੀਜੇਪੀ ਦਾ ਪੋਲ ਪਲੈਂਕ ਹੈ ਉਹ ਹੈ ਕਿ ਮੰਦਰ ਬਣਾਉਣਾ। ਇਹ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ। ਔਰ ਯੂਪੀ ਚੀਫ ਮਿਨਿਸਟਰ ਆਦਿੱਤਿਆਨਾਥ ਇਹ ਕਾਰ ਸੇਵਕਪੁਰਮ ਥਾਂ ਹੈ ਜਿੱਥੇ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਹੜੇ ਵਰਕਰ ਨੇ ਉਹ ਬੈਠੇ ਇੱਟਾਂ ਕੱਢ ਰਹੇ ਨੇ ਲਗਾਤਾਰ, ਤਾਂ ਨਾਲ ਪਿੱਲਰ ਬਣਾ ਰਹੇ ਨੇ, ਜਦੋਂ ਕਿ ਮੰਦਰ ਬਣਨਾ ਉਹਦੇ ਵਿੱਚ ਉਹਨਾਂ ਨੇ ਲਾਣਾ, ਉੱਥੋਂ ਉਹਨੂੰ ਫਲੈਗ ਕਰੇਗਾ। ਔਰ ਜਿਵੇਂ ਮੈਂ ਦੱਸਿਆ ਵੀ ਇਹਨਾਂ 6 ਸਟੇਟਾਂ 'ਚੋਂ ਗੁਜ਼ਰੇਗੀ ਔਰ ਉਹਨਾਂ ਨੇ ਆਲਰੇਡੀ ਉਹਨਾਂ ਨੇ ਕਿਹਾ ਕਿ ਵੀ ਇਸ ਦਾ ਪ੍ਰਬੰਧ ਕਰੋ ਇਹਨਾਂ ਦੇ ਸਵਾਗਤ ਲਈ। ਔਰ 5 days before the yatra starts, Supreme Court from February 8th will hear the civil appeals in the Babri Mosque Ram Janambhoomi title dispute. This relates to the legal tussle which started in 1950. ਇਹ ਸਾਰਾ ਉਹਨੂੰ ਬਣਾਤਾ ਜੀ ਇਹ ਲੀਗਲ ਟਸਲ ਹੈ। ਔਰ ਇਹਦੇ ਨਾਲ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਇਹ ਚੱਲੇਗਾ ਸੁਪਰੀਮ ਕੋਰਟ ਦੀ ਹੀਅਰਿੰਗ, ਦੂਜੇ ਪਾਸੇ ਇਹ ਰਾਮ ਜਨਮ ਭੂਮੀ ਦਾ 40 ਦਿਨ ਜਿਹੜੀ ਹੈ 39 ਦਿਨ ਲਗਾਤਾਰ ਇਹ ਹੋਏਗਾ। Preparations for yatra are being made in Ayodhya by 2 RSS affiliates, ਵਿਸ਼ਵ ਹਿੰਦੂ ਪਰਿਸ਼ਦ ਐਂਡ ਮੁਸਲਿਮ ਰਾਸ਼ਟਰੀਆ ਮੰਚ। ਇਹ ਹੁਣ ਤੁਸੀਂ ਦੇਖੋ ਕਿ ਜੀ ਮੁਸਲਮਾਨ ਵੀ ਬੜੇ ਫਿਕਰਮੰਦ ਨੇ ਕਿ ਵੀ ਇਹ ਮੰਦਰ ਜ਼ਰੂਰ ਬਣਨਾ ਚਾਹੀਦਾ ਔਰ ਇਸ ਲਈ ਉਹ ਜਿਹੜੀ ਯਾਤਰਾ ਦੇ ਵਿੱਚ ਮੁਸਲਿਮ ਰਾਸ਼ਟਰੀ ਮੰਚ ਵੀ ਉਸ ਦੇ ਵਿੱਚ ਸ਼ਾਮਲ ਹੈ। The Rath will be modeled on the proposed Ram temple
ਐਂਡ ਇਜ਼ ਬੀਇੰਗ ਪ੍ਰੀਪੇਅਰਡ ਇਨ ਮੁੰਬਈ, ਕਿ ਜਿਹੜਾ ਰੱਥ ਦਾ ਸਟਰਕਚਰ ਹੈ ਉਹ ਇਵੇਂ ਹੀ ਹੋਏਗਾ ਜਿਵੇਂ ਕਿ ਰਾਮ ਮੰਦਿਰ ਜਿਹੜਾ ਬਣਨਾ ਹੈ ਉਹਦਾ ਮਾਡਲ ਹੈ, ਮੁੰਬਈ 'ਚ ਤਿਆਰ ਕੀਤਾ ਜਾ ਰਿਹਾ ਔਰ ਇਟ ਵਿਲ ਅਰਾਈਵ ਇਨ ਅਯੁੱਧਿਆ ਔਨ ਫੈਬਰੂਰੀ 10th, 10 ਫਰਵਰੀ ਨੂੰ ਉੱਥੋਂ ਮਹਾਰਾਸ਼ਟਰ ਤੋਂ ਬਣ ਕੇ ਆ ਜਾਏਗਾ। ਪਹਿਲਾਂ ਇੱਕ ਸੰਤ ਸਮਾਗਮ ਹੋਏਗਾ 13 ਨੂੰ ਔਰ ਫਿਰ ਉਹਨੂੰ ਜਿਹੜਾ ਹੈ ਉਹ ਫਲੈਗ ਕਰੇਗਾ ਉਸ ਸਾਰੇ ਨੂੰ। ਔਰ ਅੱਗੇ ਲੰਬਾ ਚੌੜਾ ਹੈ ਕਿ ਵੀ ਕੀ ਉਹਦਾ ਰੋਲ ਹੈ, ਅਦਿੱਤਿਆ ਨਾਥ ਨੇ ਕਿਵੇਂ ਜਿਹੜਾ ਇਹ ਸਾਰੇ 'ਚ ਪਿਛਲੇ ਦਿਨਾਂ 'ਚ ਜਿਹੜੀ ਹੈ ਦੀਵਾਲੀ ਦਾ ਦਿਨ ਸਰਾਯੂ ਨਦੀ ਦੇ ਕੰਢੇ ਤੇ ਅਯੁੱਧਿਆ 'ਚ ਬੜੇ ਵੱਡੇ ਪੈਮਾਨੇ ਦੇ ਉੱਤੇ ਮਨਾਇਆ ਔਰ ਉਹਦੇ 'ਚ ਉਹਨਾਂ ਨੇ ਜਿਹੜੇ ਮਾਡਲਸ ਸੀ ਉਹਨਾਂ ਨੂੰ ਲਿਆਂਦਾ ਰਾਮ ਤੇ ਸੀਤਾ ਬਣਾ ਕੇ, ਜਿਹੜੇ ਕਿ ਸਰਕਾਰੀ ਹੈਲੀਕਾਪਟਰ ਰਾਹੀਂ ਉਸ ਨਦੀ ਦੇ ਕੰਢੇ ਤੇ ਉਤਰੇ ਐਂਡ ਵੈਲਕਮਡ ਇਨਟੂ ਅਯੁੱਧਿਆ ਬਾਏ ਅਦਿੱਤਿਆ ਨਾਥ ਐਂਡ ਸਟੇਟ ਗਵਰਨਰ ਰਾਮ ਨਾਇਕ, ਵੀ ਉਹਨਾਂ ਨੇ ਉਹਨੂੰ ਵੈਲਕਮ ਕੀਤਾ। Diwali celebrates the return of Ram and his consort to Ayodhya at the end of 14 years of exile। और उन्होंने कहा कि भी Vishwa Hindu Parishad will play a major role in ensuring that the proposed yatra is welcomed by the masses all along its route। कि बीजेपी विश्व हिंदू परिषद यकीनी बनाएगी कि ਇਹਦਾ ਲੋਕ ਸਵਾਗਤ ਕਰਨ। ਸੋ ਮਤਲਬ ਯਕੀਨੀ ਬਣਾਉਣ ਦਾ ਮਤਲਬ ਸਮਝ ਲੈਣਾ ਚਾਹੀਦਾ। ਉਹਨਾਂ ਦੇ ਜਨਰਲ ਸੈਕਟਰੀ ਚੰਪਤ ਰਾਏ ਨੇ ਸਾਰਿਆਂ ਨੂੰ ਹੀ ਕਿਹਾ ਕਿ ਵੀ ਸਾਰੇ ਜਿਹੜੇ ਨੇ ਲੋਕਾਂ ਨੂੰ ਲਿਆਓ ਔਰ ਇਹ ਸਿਮਿਲਰ ਯਾਤਰਾ 28 years ago led by BJP leader K. Advani proved to be a turning point for the BJP, helping it transform into a major political force in the country। ਸੋ 28 ਸਾਲ ਪਹਿਲਾਂ ਅਡਵਾਨੀ ਨੇ ਰੱਥ ਯਾਤਰਾ ਕੀਤੀ ਸੀ ਜਿਹਦੇ ਤੋਂ ਬਾਅਦ ਬੜੀ ਜ਼ਬਰਦਸਤ ਹਿੰਸਾ ਹੋਈ। ਮੁੰਬਈ ਦੇ ਵਿੱਚ ਕੀ ਹੋਇਆ ਔਰ ਇਹਨਾਂ ਰੱਥ ਯਾਤਰਾਵਾਂ ਚੋਂ ਹੀ ਫਿਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ, ਫਿਰ ਮੁਸਲਮਾਨਾਂ ਦਾ ਕਤਲੇਆਮ ਹੋਇਆ ਔਰ ਹੁਣ ਇਹ ਜਿਹੜੀ 39 ਦਿਨਾਂ ਯਾਤਰਾ ਹੈ ਇਹ ਸਾਊਥ ਦੇ ਵਿੱਚ ਜਾਏਗੀ। ਔਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਇਸ ਵੇਲੇ ਕੇਰਲਾ ਔਰ ਵੈਸਟ ਬੰਗਾਲ ਇਹ ਜਿਵੇਂ ਕਹਿੰਦੇ ਨੇ ਕਿ ਬਾਰੂਦ ਦੇ ਢੇਰ ਤੇ ਬੈਠੇ ਨੇ, ਜਿੱਥੇ ਕਿਸੇ ਵੇਲੇ ਵੀ ਮੁਸਲਮਾਨ ਵਿਰੋਧੀ ਹਿੰਸਾ। ਯੂਪੀ ਦੇ ਮੁਸਲਮਾਨ ਤਾਂ ਉਵੇਂ ਹੀ ਨੇ ਜਿਵੇਂ ਉਹਦੀ ਚਿਕਨ ਦੀ ਧੌਣ ਦੇ ਉੱਤੇ ਤੁਹਾਡਾ ਹੱਥ ਜਦੋਂ ਮਰਜ਼ੀ ਮਰੋੜ ਦੇਣ। ਉਹ ਤਾਂ ਉਹਨਾਂ ਨੇ ਇੰਨੇ ਕੁ ਡਰਾ ਵੀ ਲਏ ਨੇ, ਖੌਫਜ਼ਦਾ ਕਰ ਦਿੱਤੇ ਨੇ। ਜੋ ਕੁਛ ਉਸ ਟਾਊਨ ਦੇ ਵਿੱਚ ਕਾਂਸਨਗਰ ਜਿੱਥੇ 25,000 ਮੁਸਲਮਾਨਾਂ ਦੀ ਆਬਾਦੀ ਔਰ 26 ਜਨਵਰੀ ਔਰ ਤਿਰੰਗਾ ਚਲਾਉਂਦੇ ਨੇ ਔਰ ਜਿਵੇਂ ਮੋਟਰਸਾਈਕਲ ਬਾਈਕਸ ਦੇ ਉੱਤੇ ਗੁੰਡੇ ਆਏ ਉਹਨਾਂ ਦੀਆਂ ਪ੍ਰਾਪਰਟੀ ਤਬਾਹ ਕੀਤੀਆਂ। ਅੱਜ ਹੀ ਮੈਂ ਇੱਕ ਸਟੋਰੀ ਦੇਖ ਰਿਹਾ ਸੀ, ਨਿਕਲੇ ਨਹੀਂ ਉਹਨਾਂ ਦੀ ਬਹੁਤਿਆਂ ਦਾ ਤਾਂ ਸਭ ਕੁਝ ਸਾੜ ਦਿੱਤਾ, ਬਾਕੀ ਡਰ ਦੇ ਮਾਰੇ ਅਜੇ ਤੱਕ ਵੀ ਘਰੋਂ ਨਹੀਂ ਨਿਕਲੇ। ਸੋ ਯੂਪੀ ਤਾਂ ਇਵੇਂ ਕਰ ਦਿੱਤਾ ਹੈ, ਪਰ ਇਹਨਾਂ ਨੇ ਕਿਉਂਕਿ ਪਾਵਰ ਕੈਪਚਰ ਵੀ ਕਰਨੀ ਹੈ। ਸਟੇਟ ਅਸੈਂਬਲੀ ਇਲੈਕਸ਼ਨਸ ਵੀ ਨੇ ਕਰਨਾਟਕਾ 'ਚ ਵੀ ਕੇਰਲਾ 'ਚ ਵੀ, ਪਰ ਜਿਹੜਾ ਇਹ ਸਾਰੇ ਦਾ ਮੁੱਖ ਮੁੱਦਾ ਹੈ ਬਾਕੀ ਸਾਰੇ ਪਾਸਿਓਂ ਫੇਲ ਹੋਣ ਕਰਕੇ ਹੁਣ ਇਹੀ ਨਫ਼ਰਤ ਦਾ ਏਜੰਡਾ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ 'ਚ ਇਹਨਾਂ ਨੂੰ ਜਿੱਤ ਦਿਵਾ ਸਕਦਾ ਹੈ। ਇਹੀ ਇਹਨਾਂ ਨੇ ਕਨਕਲੂਡ ਜੀ। ਰਾਜ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਨੂੰ ਅੱਗੇ ਵਧਾਉਣ ਲਈ ਵੱਧ ਤੋਂ ਵੱਧ ਡੋਨੇਟ ਕਰੋ। ਤੁਸੀਂ ਆਪਣੇ ਡੋਨੇਸ਼ਨ ਵਾਸਤੇ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਇਕੱਠੇ ਵੀ ਡੋਨੇਟ ਕਰ ਸਕਦੇ ਹੋ, ਮੰਥਲੀ ਵੀ ਡੋਨੇਟ ਕਰ ਸਕਦੇ ਹੋ। ਤੁਸੀਂ ਸਕਰੀਨ ਤੇ ਦਿੱਤੇ ਗਏ ਪਤੇ ਤੇ ਸਾਨੂੰ ਮੇਲ ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।